ਧਰੁਵਤਾਰਾ ਟਾਈਮ ਸਮਾਮ ਸਾਰੇ ਦਰਸ਼ਕਾਂ ਦਾ ਅੱਜ ਸਵਾਗਤ ਕਰਦਾ। ਅਸੀਂ ਅੱਜ ਸ਼੍ਰੀ ਪ੍ਰੇਮ ਅਗਰਵਾਲ ਦੀ ਪੈਨਸ਼ਨ ਵੈਲਫੇਅਰ ਕੰਪੀਟੀਸ਼ਨ ਪੰਜਾਬ ਦੇ ਵਿੱਤ ਸਕੱਤਰ ਜੀ ਕੋਲੇ 6ਵੇਂ ਪੇ ਕਮਿਸ਼ਨ ਬਾਰੇ ਗੱਲਬਾਤ ਕਰਨ ਆਇਆ। ਪ੍ਰੇਮ ਜੀ, ਮੇਰਾ ਜਿਹੜਾ ਹੈਗਾ ਪਹਿਲਾ ਸਵਾਲ ਹੈਗਾ ਵੀ ਇੱਕ ਪਹਿਲਾਂ ਅਸੀਂ ਕੀਤੀ ਸੀਗੀ ਕਨਵੈਨਸ਼ਨ ਜਲੰਧਰ ਦੇ ਵਿੱਚ, ਉਹ 'ਚ ਪੰਜਾਬ ਦੇ ਸਾਰੇ ਫਰੰਟਾਂ ਦੇ ਆਗੂ ਪਹੁੰਚੇ ਸੀਗੇ। ਉਹਨਾਂ ਨੇ ਫੈਸਲਾ ਕੀਤਾ ਸੀਗਾ ਵੀ 8/9/29 ਨੂੰ ਪਟਿਆਲੇ ਇੱਕ ਮਹਾਧਰਨਾ ਪ੍ਰਬੰਧ ਕੀਤਾ ਜਾਊਗਾ। ਉਹਦਾ ਫੈਸਲਾ ਜਿਹੜੀ ਕੱਲ੍ਹ 26 ਦੀ ਮੀਟਿੰਗ ਕੀਤੀ ਹੈ ਅਸੀਂ ਨੇ, ਉਹ ਫਿਰ ਕਿਉਂ ਕੀਤੀ ਹੈ ਜੀ? ਇਹਦੇ ਬਾਰੇ ਸਭ ਤੋਂ ਪਹਿਲਾਂ ਮੈਂ ਧਰੁਵਤਾਰਾ ਚੈਨਲ ਦਾ ਜਿਹੜਾ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਪੇ ਕਮਿਸ਼ਨ ਬਾਰੇ ਔਰ ਜਲੰਧਰ ਕਨਵੈਨਸ਼ਨ ਬਾਰੇ ਥੋੜ੍ਹਾ ਸਪਸ਼ਟੀਕਰਨ ਦੇ ਸਕਾਂ। ਬੇਨਤੀ ਇਹ ਹੈ ਕਿ ਪੈਨਸ਼ਨਰਾਂ ਵੱਲੋਂ ਸਾਡੇ ਕਨਵੀਨਰ ਜੋ ਮੁਲਾਜ਼ਮ ਪੈਨਸ਼ਨ ਫਰੰਟ ਵਿੱਚ ਸ਼ਾਮਲ ਨੇ, ਉਹਨਾਂ ਵਿੱਚ ਸਰਦਾਰ ਬਖਸ਼ੀਸ਼ ਸਿੰਘ, ਸਰਦਾਰ ਕਰਮ ਸਿੰਘ ਧਨੋਆ, ਦੋ ਸਾਡੇ ਕਨਵੀਨਰ ਜਿਹੜੇ ਸੀ, ਅਤੇ ਦੂਜੀਆਂ ਐਸੋਸੀਏਸ਼ਨਾਂ ਵਿੱਚੋਂ ਸਰਦਾਰ ਠਾਕਰ ਸਿੰਘ ਅਤੇ ਸਰਦਾਰ ਸ਼੍ਰੀ ਪ੍ਰੇਮ ਸਾਗਰ ਸ਼ਰਮਾ ਆਦਿ ਜਿਹੜੇ ਹੈ ਉਹ ਕਨਵੀਨਰ ਹਾਜ਼ਰ ਸੀ। ਔਰ ਮੌਕੇ 'ਤੇ ਸਾਡੇ ਕਨਵੀਨਰ ਸਰਦਾਰ ਕਰਮ ਸਿੰਘ ਧਨੋਆ ਕਿਸੇ ਕਾਰਨ ਉੱਥੇ ਜਲੰਧਰ ਕਨਵੈਨਸ਼ਨ 'ਚ ਹਾਜ਼ਰ ਨਹੀਂ ਹੋ ਸਕੇ। ਬਖਸ਼ੀਸ਼ ਸਿੰਘ ਜੀ ਕੋਵਿਡ-19 ਕਰਕੇ ਬਿਮਾਰ ਸੀ। ਨਹੀਂ ਪ੍ਰੇਮ ਜੀ, ਆਪਾਂ ਦਾ ਮਸਲੇ ਤੇ ਆਓ। ਹਾਂ, ਮਸਲੇ ਤੇ ਆ ਵੀ ਉਹ ਕਨਵੈਨਸ਼ਨ ਤੇ ਕੱਲ੍ਹ ਦੀ ਮੀਟਿੰਗ, ਵੀ ਕੱਲ੍ਹ ਦੀ ਮੀਟਿੰਗ ਜਿਹੜਾ ਫੈਸਲਾ ਕੀਤਾ, ਜੇ ਸਰਕਾਰ ਨਹੀਂ ਮੰਨਦੀ ਫਿਰ ਮੈਂ ਉਸੇ ਗੱਲ ਤੇ ਆ ਰਿਹਾ ਸੀ ਵੀ ਉਹ ਕਨਵੈਨਸ਼ਨ ਦੇ ਵਿੱਚ ਜਿਹੜੇ ਵੀ ਮਤੇ ਪਾਸ ਹੋਏ ਨੇ, ਜਿੰਨਾ ਵੀ ਸਾਡਾ ਪੈਨਸ਼ਨਰ ਜਮਾਤ ਹੈ ਪੂਰੇ ਪੰਜਾਬ ਦੀ, ਉਹ ਮੁਲਾਜ਼ਮਾਂ ਦੀ ਪਿੱਠ ਤੇ ਖੜੀ ਹੈ। ਔਰ ਮੁਲਾਜ਼ਮ ਪੈਨਸ਼ਨ ਫਰੰਟ ਨੇ ਜੋ ਜਲੰਧਰ ਕਨਵੈਨਸ਼ਨ ਫੈਸਲਾ ਕੀਤਾ ਹੈ, ਅਸੀਂ ਉਸ ਤੋਂ ਕੋਈ ਜੁਦਾ ਨਹੀਂ ਹੈਗੇ। ਪਹਿਲੀ ਗੱਲ, ਕਾਰਨ ਕਿ ਮੁਲਾਜ਼ਮਾਂ ਦੀਆਂ ਤੇ ਪੈਨਸ਼ਨਰਾਂ ਦੀਆਂ ਕੁਝ ਮੰਗਾਂ ਸਾਂਝੀਆਂ ਵੀ ਨੇ, ਜਿਸ ਕਰਕੇ ਅਸੀਂ ਉਹਨਾਂ ਨੂੰ ਕੋਈ ਪਿੱਠ ਨਹੀਂ ਦਿਖਾ ਸਕਦੇ। ਜਿਵੇਂ ਕਿ ਪੇ ਕਮਿਸ਼ਨ ਦੀ ਮੰਗ, DA ਦੀ ਮੰਗ, ਮੈਡੀਕਲ ਦੀ ਮੰਗ, ਜਾਂ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜੁਆਇੰਟ ਮੰਗਾਂ ਨੇ, ਜਿਸ ਕਰਕੇ ਅਸੀਂ ਮੁਲਾਜ਼ਮਾਂ ਤੋਂ ਬਿਲਕੁਲ ਅਲੱਗ ਨਹੀਂ ਹੈ। ਔਰ ਇੱਕ ਗੱਲ ਹੋਰ ਮੈਂ ਸਪਸ਼ਟ ਕਰਦਾ, 8 ਔਰ 9 ਜੁਲਾਈ ਨੂੰ ਜੋ ਮੁਲਾਜ਼ਮਾਂ ਵੱਲੋਂ ਭੁੱਖ ਹੜਤਾਲ ਦਾ ਪੈਨ ਡਾਊਨ ਸਟ੍ਰਾਈਕ ਦਾ ਸੱਦਾ ਦਿੱਤਾ ਗਿਆ, ਮੁਲਾਜ਼ਮਾਂ ਵੱਲੋਂ ਦਿੱਤਾ ਗਿਆ, ਅਸੀਂ ਉਸੇ ਫੁੱਲ ਚੜਾਉਂਦੇ ਹਾਂ। ਜੇ ਮੁਲਾਜ਼ਮ ਐਸੋਸੀਏਸ਼ਨਾਂ ਸਾਡੇ ਪੈਨਸ਼ਨ ਐਸੋਸੀਏਸ਼ਨਾਂ ਨੂੰ ਕਾਲ ਕਰਦੀਆਂ ਨੇ ਤਾਂ ਉਹ ਧਰਨਿਆਂ 'ਚ ਵੀ ਅਸੀਂ ਸ਼ਾਮਲ ਹੋਵਾਂਗੇ। ਜਿੱਥੋਂ ਤੱਕ 29 ਜੁਲਾਈ ਨੂੰ ਪਟਿਆਲੇ 'ਚ ਸਟੇਟ ਲੈਵਲ ਦੀ ਰੈਲੀ ਦਾ ਸੰਬੰਧ ਹੈ, ਉਹਦੇ 'ਚ ਸਾਡੀ ਪੂਰੀ ਦੀ ਪੂਰੀ ਪੰਜਾਬ ਦੀ ਪੈਨਸ਼ਨਰ ਜਮਾਤ ਉਹਨਾਂ ਦਾ ਸਾਥ ਦੇਊਗੀ ਔਰ ਉੱਥੇ ਅਸੀਂ ਹੁਮ-ਹੁਮਾ ਕੇ ਪਹੁੰਚਾਂਗੇ। ਦੂਸਰੀ ਗੱਲ ਤੁਸੀਂ ਪੁੱਛੀ ਹੈ 26 ਜੂਨ ਦੀ ਮੀਟਿੰਗ ਬਾਰੇ। 26 ਜੂਨ ਦੀ ਜਿਹੜੀ ਗੌਰਮੈਂਟ ਪੈਨਸ਼ਨਰ ਜੁਆਇੰਟ ਫਰੰਟ ਦੀ ਮੀਟਿੰਗ ਪੰਜਾਬ ਦੇ ਪੈਨਸ਼ਨਰ ਦੀਆਂ ਐਸੋਸੀਏਸ਼ਨਾਂ ਔਰ ਫੈਡਰੇਸ਼ਨਾਂ ਵੱਲੋਂ ਜੋ ਬੁਲਾਈ ਗਈ ਸੀ, ਉਹ ਪੈਨਸ਼ਨ ਭਵਨ 'ਚ ਹੋਈ ਹੈ। ਉਹ ਕੋਈ ਨਵੀਂ ਫਾਰਮੇਸ਼ਨ ਨਹੀਂ ਹੋਈ। ਉਸ ਦਾ ਜਿਵੇਂ ਕਿ ਪਹਿਲਾਂ 4 ਜਿਹੜੀਆਂ ਜਥੇਬੰਦੀਆਂ ਇਹਦੇ 'ਚ ਪਹਿਲਾਂ ਹੀ ਕੰਮ ਕਰਦੀਆਂ ਸੀ, ਜਿਹਦੇ 'ਚ ਪੰਜਾਬ ਸਟੇਟ ਪੈਨਸ਼ਨਰ ਕਨਫੈਡਰੇਸ਼ਨ, ਪੰਜਾਬ ਰਾਜ ਪੈਨਸ਼ਨਰ ਮਹਾਸੰਘ, ਪੰਜਾਬ ਗੌਰਮੈਂਟ ਪੈਨਸ਼ਨਰ ਐਸੋਸੀਏਸ਼ਨ ਗਾਬਾ, ਪੰਜਾਬ ਪੈਨਸ਼ਨਰ ਐਸੋਸੀਏਸ਼ਨ। ਪ੍ਰਧਾਨ ਜੀ, ਇਹ ਸਾਰਾ ਕੁਝ ਅਖਬਾਰ ਦੇ ਵਿੱਚ ਆ ਗਿਆ। ਹਾਂ, ਅਸੀਂ ਇਸ ਜਿਹੜੇ ਪੁਆਇੰਟ 'ਤੇ ਗੱਲ ਕਰਨਾ ਹੈ ਨਾਲ, ਇਹ ਤੁਸੀਂ ਕਹਿਤਾ 26 ਵਾਲਾ ਬੇਰਮਾ ਦੇਤਾ, ਇਹ ਜਿਹੜਾ ਹੁਣ ਕੱਲ੍ਹ 26 ਵਾਲਾ ਤੁਸੀਂ ਮੀਟਿੰਗ ਕਰਕੇ ਆਏ ਹੋ, ਉਹਦੇ ਵਿੱਚ ਤੁਸੀਂ ਉੱਥੇ ਬਿਆਨ ਦਿੱਤਾ ਸਾਰੀ ਕਮੇਟੀ ਨੇ ਵੀ ਸਰਕਾਰ ਪੇ ਕਮਿਸ਼ਨ ਦੇ ਵਿੱਚ ਜਿਹੜਾ 3.01/2/72 ਗੁਨਾਹ ਦੇ ਨਾਲ ਸਾਨੂੰ ਇਹ ਜਿਹੜਾ ਪੇ ਕਮਿਸ਼ਨ ਦੇਵੇ। ਆਪਾਂ ਸਿਰਫ ਪੇ ਕਮਿਸ਼ਨ ਵਾਲੀ ਆਇਆ ਸੀ ਕੋਲੇ,
ਵੀ ਜੇ ਸਰਕਾਰ ਇਸ ਨਾਲ ਸਹਿਮਤ ਨਹੀਂ, ਫਿਰ ਤੁਸੀਂ ਜਿਹੜਾ ਸੰਘਰਸ਼ ਕਰੋਗੇ ਕੀ ਉਦੋਂ ਮੁਲਾਜ਼ਮ ਤੁਹਾਨੂੰ ਖੜਨਗੇ? ਦੇਖੋ ਗੱਲ ਇਹ ਹੈ ਵੀ ਸਰਕਾਰ ਨੇ ਜਿਹੜਾ ਕੱਲ ਪੇ ਕਮਿਸ਼ਨ ਦੀ ਮੁੱਦੇ ਦੀ ਮੇਨ ਵਿਚਾਰ ਕੀਤਾ ਗਿਆ ਵੀ 6ਵਾਂ ਪੇ ਕਮਿਸ਼ਨ ਨੇ ਜੋ ਕੁਝ ਦਿੱਤਾ ਹੈ ਉਹਦੇ 'ਚ ਜਿਹੜੀ ਪੈਨਸ਼ਨਰ ਜਮਾਤ ਹੈ ਉਹ ਕੋਈ ਡੀ ਕੈਟਾਗਰੀ 'ਚੋਂ ਰਿਟਾਇਰ ਨਹੀਂ ਹੋਈ ਹੈ, ਕਿਉਂਕਿ ਡੀ ਕੈਟਾਗਰੀ ਨੂੰ 2.59 ਦਿੱਤਾ ਹੈ। ਕੋਈ ਏ ਕੈਟਾਗਰੀ 'ਚੋਂ ਰਿਟਾਇਰ ਹੋਇਆ, ਕੋਈ ਬੀ 'ਚੋਂ ਰਿਟਾਇਰ ਹੋਇਆ, ਕੋਈ ਸੀ 'ਚੋਂ ਰਿਟਾਇਰ ਹੋਇਆ। ਸੋ ਸਾਰਿਆਂ ਨੂੰ ਜਿਹੜਾ 2.59 ਤੇ ਉਹਨਾਂ ਨੇ ਲਾ ਕੇ ਜਿਹੜਾ ਹੈ ਗੁਣਾਂਕ ਦਿੱਤਾ ਹੈ, ਉਸ ਤੇ ਅਸੀਂ ਸਹਿਮਤ ਨਹੀਂ ਹੋਏ। ਅਸੀਂ ਉਸ ਗੱਲ ਤੇ ਇਸ ਕਰਕੇ ਸਹਿਮਤ ਨਹੀਂ ਕਿਉਂਕਿ ਕੈਟਾਗਰੀ ਸਾਡੀ ਸਾਰਿਆਂ ਦੀ ਡੀ ਕਲਾਸ ਨਹੀਂ ਹੈ। ਇਸ ਕਰਕੇ ਅਸੀਂ ਕਿਹਾ ਵੀ ਜੇ ਪੇ ਕਮਿਸ਼ਨ ਨੇ ਵੱਧੋ ਵੱਧ 2.72 ਫਾਰਮੂਲਾ ਵੀ ਕਈ ਕੈਟਾਗਰੀਆਂ ਨੂੰ ਦਿੱਤਾ ਹੈ ਜਿਹੜੀਆਂ 1/1/16 ਤੋਂ ਬਾਅਦ ਭਰਤੀ ਹੋਣਗੀਆਂ, ਤਾਂ ਅਸੀਂ ਉਹ ਵੀ ਜੇ ਸਰਕਾਰ 3.01 ਦੇ ਦਿੰਦੀ ਹੈ, ਜਿਹੜਾ ਜਿਸ ਦਾ ਆਧਾਰ ਅਸੀਂ ਇਹ ਬਣਾਇਆ ਕਿ ਚੌਥੇ ਪੇ ਕਮਿਸ਼ਨ ਨੇ ਕਿਹਾ ਸੀ ਕਿ ਜਦੋਂ 100% ਡੀਏ ਹੋ ਜੇ ਤਾਂ ਉਸ ਤੋਂ 50% ਡੀਏ ਜਿਹੜਾ ਹੈ ਉਹਨੂੰ ਬੇਸਿਕ ਪੇ ਬਣਾਓ, ਡੀਐਨਐਸ ਪੇ ਬਣਾਓ। ਔਰ ਚੌਥੇ ਕਮਿਸ਼ਨ ਨੇ ਬਣਾਇਆ ਵੀ ਸੀ ਉਸ ਟਾਈਮ 61% ਚੋਂ 50% ਡੀਏ ਬਣਾਇਆ ਵੀ ਸੀ ਡੀਪੀ। ਪਰ ਪੰਜਵੇਂ ਕਮਿਸ਼ਨ ਨੇ ਹਾਲਾਂਕਿ ਡਿਮਾਂਡ ਐਕਸੈਪਟ ਕੀਤੀ, ਹਾਲਾਂਕਿ ਆਪਣੇ ਸਿਫਾਰਸ਼ਾਂ 'ਚ ਲਿਖਿਆ ਕਿ ਜਦੋਂ ਡੀਏ 100% ਤੋਂ ਟੱਪ ਜੇ ਤਾਂ ਸਰਕਾਰ ਨੂੰ ਚਾਹੀਦਾ ਕਿ ਉਹ 'ਚੋਂ ਅੱਧਾ ਡੀਏ ਜਿਹੜਾ ਹੈ ਉਹਨੂੰ ਡੀਪੀ ਬਣਾਇਆ ਜਾਵੇ, ਜਿਹਦੇ ਨਾਲ ਇਹ ਜਿਹੜੀਆਂ ਤਨਖਾਹਾਂ ਨੇ, ਜਿਹਦਾ ਇਹਦਾ ਗੁਣਾਂਕ ਹੈ ਆਟੋਮੈਟਿਕਲੀ ਚੇਂਜ ਹੋ ਜਾਊਗਾ। ਕਿਉਂਕਿ ਕਿਸੇ ਵੀ EMPLOYEE ਦੀ ਤੇ ਪੈਨਸ਼ਨ ਦੀ ਜਿਹੜੀ ਤਨਖਾਹ ਹੈ ਉਹ ਜੇ 10,000 ਹੈ ਤਾਂ 15,000 ਹੋ ਜਾਏਗੀ, ਉਹ ਗੁਣਾਂਕ ਆਟੋਮੈਟਿਕਲੀ ਉਹਦਾ ਚੇਂਜ ਹੋ ਨਹੀਂ ਪ੍ਰਧਾਨ ਜੀ, ਜਦੋਂ ਉਹਨਾਂ ਦੀ ਕਨਵੈਨਸ਼ਨ ਹੋਈ ਟੋਟਲ ਜਥੇਬੰਦੀਆਂ ਦੀ, ਉਹ ਤੁਹਾਨੂੰ ਬੁਲਾਇਆ, ਤੁਸੀਂ ਗਏ, ਜਿਹੜੀ ਕੱਲ 26 ਦੀ ਮੀਟਿੰਗ ਸੀ ਉਹਦੇ ਵਿੱਚ ਜਿਹੜੇ ਮੁਲਾਜ਼ਮਾਂ ਦੇ ਆਗੂ ਉਹ ਵੀ ਆਏ ਹੈਗੇ, ਤੁਸੀਂ ਕਿਉਂ ਬੁਲਾਏ ਨਹੀਂ ਗਏ ਜਾਂ ਉਹ ਆਏ ਨਹੀਂ ਗਏ, ਇਹਦਾ ਕੀ ਕਾਰਨ? ਇਹ ਨਿਰੋਲ ਸਾਨੇ ਆਪਣੀ ਪੈਨਸ਼ਨ ਪੰਜਾਬ ਗਵਰਨਮੈਂਟ ਪੈਨਸ਼ਨਰ ਜੁਆਇੰਟ ਫੰਡ ਦਾ ਵਿਸਤਾਰ ਕਰਨ ਵਾਸਤੇ ਮੀਟਿੰਗ ਸੀ। ਇਹ ਪੰਜਾਬ ਗਵਰਨਮੈਂਟ ਪੈਨਸ਼ਨਰ ਜੁਆਇੰਟ ਫੰਡ ਪਹਿਲਾਂ ਤੋਂ ਹੀ ਕੰਮ ਕਰ ਰਿਹਾ ਬਹੁਤ ਸਾਲਾਂ ਤੋਂ। ਸਰਕਾਰ ਨਾਲ ਇਹਨੇ ਬਹੁਤ ਸਾਰੀਆਂ ਕਈ ਵਾਰ ਮੀਟਿੰਗਾਂ ਵੀ ਲਈਆਂ ਆਪਣੇ ਤੌਰ ਤੇ, ਸਰਕਾਰ ਨੇ ਇਹਨੂੰ ਆਪਣੇ ਤੌਰ ਤੇ ਮੀਟਿੰਗਾਂ ਵੀ ਦਿੱਤੀਆਂ, ਸਰਕਾਰ ਨੇ ਕਈ ਸਾਡੀਆਂ 올ਡ ਏਜ ਅਲਾਉਂਸ ਵਰਗੀਆਂ ਮੰਗਾਂ ਮੰਨੀਆਂ ਵੀ ਨੇ। ਪਰ ਹੁਣ ਕਈ ਸਾਲਾਂ ਤੋਂ ਸਰਕਾਰ ਸਾਡੇ ਨਾਲ ਵਿਤਕਰਾ ਕਰਦੀ ਆ ਰਹੀ ਹੈ, ਪੈਨਸ਼ਨਰਾਂ ਦੀਆਂ ਬਹੁਤ ਸਾਰੀਆਂ ਮੰਗਾਂ ਨੂੰ ਲਟਕਾਉਂਦੀ ਰਹੀ ਹੈ, ਜਿਸ ਕਰਕੇ ਸਾਨੂੰ ਵਿਸਤਾਰ ਕਰਨਾ ਪਿਆ। ਔਰ ਆਪਣੀਆਂ ਪੈਨਸ਼ਨਰ ਮੰਗਾਂ ਨੂੰ ਉਭਾਰਨ ਵਾਸਤੇ ਅਸੀਂ ਆਪਣਾ ਵੱਖਰਾ ਮੰਗ ਪੱਤਰ ਨਿਰੋਲ ਪੈਨਸ਼ਨਰਾਂ ਦਾ ਤਿਆਰ ਕਰ ਰਹੇ ਹਾਂ, ਜਿਹੜੇ 1-2 ਦਿਨਾਂ ਅੰਦਰ ਮੰਤਰੀਆਂ ਨੂੰ ਵੀ ਔਰ ਜਿਹੜੇ ਉੱਚ ਪੱਧਰ ਦੀ ਅਫਸਰਾਂ ਦੀ ਕਮੇਟੀ ਬਣੀ ਆ ਉਸ ਨੂੰ ਵੀ ਇਹ ਸਾਡਾ ਮੰਗ ਪੱਤਰ 2-3 ਦਿਨਾਂ ਚਲਿਆ ਜਾਊਗਾ। ਜੇ ਮੁਲਾਜ਼ਮ ਫਰੰਟ ਇਸ ਮੰਗ ਪੱਤਰ ਨੂੰ ਨਾਲ ਐਡ ਕਰਕੇ ਸਰਕਾਰ ਨਾਲ ਗੱਲ ਕਰੂਗੀ ਤਾਂ ਸਾਨੂੰ ਇਸ ਤੇ ਕੋਈ ਇਤਰਾਜ਼ ਨਹੀਂ ਹੋਊਗਾ। ਨਹੀਂ, ਕੁਝ ਪੈਨਸ਼ਨਰਾਂ ਨੂੰ ਉਹ ਵੀ ਇੱਕ ਗੁੱਸਾ ਬੜਾ ਵੀ ਜਦੋਂ ਕਿਤੇ ਕੋਈ ਧਰਨਾ ਮੁਜ਼ਾਹਰਾ ਹੁੰਦਾ, ਬਿਲਕੁਲ ਉਹਦੇ ਵਿੱਚ ਗਿਣਤੀ ਪੈਨਸ਼ਨ ਦੀ ਬਹੁਤ ਜ਼ਿਆਦਾ ਹੁੰਦੀ ਆ ਤੇ ਮੁਲਾਜ਼ਮਾਂ ਦੀ ਘੱਟ, ਇਹਦੇ ਨਾਲ ਕੋਈ ਡਿਫਰੈਂਸ ਵੀ ਤੁਸੀਂ ਸਮਝਦੇ ਹੋ ਵੀ ਕਿਉਂ ਹੈਗਾ? ਨਹੀਂ, ਅਜੇ ਤੱਕ ਮੈਂ ਇਸ ਬਾਰੇ ਤੁਹਾਨੂੰ ਕੋਈ ਆਪਣੀ ਰਾਏ ਨਹੀਂ ਦੱਸਣਾ ਚਾਹੁੰਦਾ। ਇਹ ਮੁਲਾਜ਼ਮਾਂ ਦੀ ਆਪਣੀ ਆਊਟਲੁੱਕ ਹੈ। ਅੱਜ ਅਸੀਂ ਸਮਝਦੇ ਹਾਂ ਕਿ ਜਿਹੜੀ ਮੁਲਾਜ਼ਮ ਜਮਾਤ ਹੈ, ਪਿਛਲੀਆਂ ਜਿੰਨੇ ਵੀ ਧਰਨੇ ਮੁਜ਼ਾਹਰੇ ਹੋਏ, ਇਹ ਤੁਹਾਡੀ ਗੱਲ ਬਿਲਕੁਲ ਸੱਚ ਹੈ ਕਿ ਉਹਦੇ 'ਚ ਬਹੁਤ ਗਿਣਤੀ ਪੈਨਸ਼ਨਰ ਹੀ ਹਾਜ਼ਰ ਹੁੰਦੇ ਸੀ, 80% 70%। ਔਰ ਮੁਲਾਜ਼ਮ ਜਦੋਂ ਆਉਂਦਾ ਸੀ ਉਹ ਥੋੜਾ ਜਿਹਾ ਟਾਈਮ ਲਾ ਕੇ ਚਲਾ ਜਾਂਦਾ ਸੀ। ਪਰ ਹੁਣ ਸਰਕਾਰ ਨੇ 6ਵੇਂ ਪੇ ਕਮਿਸ਼ਨ ਦੀ ਜਿਹੜੀ ਇਹ ਰਿਲੀਜ਼ ਕੀਤੇ ਆ ਕਾਗਜ਼, ਇਹਨਾਂ ਦੇ ਵਿੱਚ ਮੁਲਾਜ਼ਮਾਂ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ। ਉਹਨਾਂ ਦੇ ਸਾਰੇ ਅਲਾਉਂਸਿਸ ਖੋਹੇ ਗਏ, ਡਾਕਟਰਾਂ ਨਾਲ ਬਹੁਤ ਬੜਾ ਧੱਕਾ ਹੋਇਆ, ਆਂਗਣਵਾੜੀ ਵਰਕਰਾਂ ਨਾਲ ਧੱਕਾ ਹੋਇਆ, ਬੇਰੁਜ਼ਗਾਰਾਂ ਨਾਲ ਧੱਕਾ ਹੋਇਆ, ਪੁਰਾਣੀ ਪੈਨਸ਼ਨ ਨਹੀਂ ਬਹਾਲ ਕੀਤੀ। ਇਹ ਸਾਰੇ ਇੰਨਾ ਕੁਛ ਮੁਲਾਜ਼ਮਾਂ ਨਾਲ ਧੱਕਾ ਹੋਣ ਕਰਕੇ ਅੱਜ ਮੁਲਾਜ਼ਮ ਜਮਾਤ ਨੂੰ ਜਿਹੜਾ ਹੈ ਬਹੁਤ ਬੜੀ ਤਕਲੀਫ ਮਿਲੀ ਹੈ, ਜਿਸ ਕਰਕੇ ਅੱਜ ਪੂਰੇ ਦੇ ਪੂਰਾ ਸੈਕਟਰੀਏਟ, ਡੀਸੀ ਦਫ਼ਤਰ, ਐਸਡੀਐਮ ਦਫ਼ਤਰ, ਹਸਪਤਾਲ ਉਹਦੇ ਵਿੱਚ ਹੋਰ ਸਾਰੇ ਕੁਝ ਬੰਦ ਨੇ। ਉਹ ਪ੍ਰੀਮਿਟਿਵ ਚ ਗੱਲ ਹੈਗੀ, ਮੁਲਾਜ਼ਮ ਨੇ ਕਹਿੰਦੇ ਨੇ ਵੀ ਪੈਨਸ਼ਨ ਸਾਡੀਆਂ ਮੰਗਾਂ ਅੱਗੇ ਨਹੀਂ ਕਰਦੇ। ਬਿਲਕੁਲ ਜਿਵੇਂ ਤੁਸੀਂ ਕਹਿ ਰਹੇ ਹੋ ਬਿਲਕੁਲ ਗਲਤ, ਜਿਹੜੀ ਸਾਡੀ ਮੰਗ ਬੜੀ ਪਿੱਛੇ ਚਲੀ ਜਾਂਦੀ ਆ। ਬਿਲਕੁਲ ਗਲਤ।
ਅਸੀਂ ਕਦੇ ਇਸ ਤਰ੍ਹਾਂ ਦਾ ਨਾ ਵਿਚਾਰਧਾਰਾ ਰੱਖੀ ਹੈ। ਅਸੀਂ ਸੀਨੀਅਰ ਸਿਟੀਜ਼ਨ ਆ, ਅਸੀਂ ਉਹਨਾਂ ਦੇ ਬੜੇ ਆ। ਅਸੀਂ ਆਪਣੇ ਬੱਚਿਆਂ ਵਾਸਤੇ ਕਦੇ ਵੀ ਜਿਹੜਾ ਬੁਰਾ ਨਹੀਂ ਸੋਚ ਸਕਦੇ, ਨਾ ਕਦੇ ਸੋਚਿਆ ਨਾ ਸੋਚਾਂਗੇ। ਇਹ ਮੁਲਾਜ਼ਮਾਂ ਨੇ ਦੇਖਣਾ ਹੁਣ ਕਿ ਉਹ ਸਾਨੂੰ ਮਾਨ ਇੱਜ਼ਤ ਬਖਸ਼ਦੇ ਨੇ ਜਾਂ ਨਹੀਂ, ਜਾਂ ਸਾਡੀ ਮੰਗ ਨੂੰ ਆਪਣੇ ਨਾਲ ਲੈ ਕੇ ਚੱਲਦੇ ਨੇ ਜਾਂ, ਪਰ ਅਸੀਂ ਉਹਨਾਂ ਦੇ ਭਲੇ ਤੋਂ ਵਗੈਰਾ ਦੀ ਅਤੇ ਉਹਨਾਂ ਦਾ ਬੁਰਾ ਨਾ ਕਦੇ ਸੋਚਿਆ ਨਾ ਸੋਚੀਏ। ਠੀਕ, ਬਹੁਤ ਧੰਨਵਾਦ। 29 ਜਿਹੜਾ ਪਟਿਆਲੇ ਮਾਰਚ ਕਰਨਾ ਤੇ 8 ਦਾ ਤੇ 9 ਦਾ, ਇਹ ਤਾਂ ਫਿਰ ਜਿਹੜਾ ਹੈਗਾ ਪ੍ਰੋਗਰਾਮ ਸਾਂਝਾ ਬਿਲਕੁਲ ਇਸ ਤੇ 1% ਪਹਿਰਾ ਦਿੱਤਾ ਜਾਊਗਾ, 101%। ਔਰ ਸਾਡੇ ਪੂਰੀਆਂ ਪੈਨਸ਼ਨਰ ਜਥੇਬੰਦੀਆਂ ਦਾ ਇਹ ਪੈਨਸ਼ਨ ਜੁਆਇੰਟ ਫਰੰਟ ਦਾ ਫੈਸਲਾ ਹੈ ਕਿ 29 ਜੁਲਾਈ ਦਾ ਪ੍ਰੋਗਰਾਮ ਜਦੋਂ ਤੱਕ ਪੋਸਟਪੋਨ ਨਹੀਂ ਹੁੰਦਾ ਜਾਂ ਖਤਮ ਨਹੀਂ ਹੁੰਦਾ, ਇਹ ਪ੍ਰੋਗਰਾਮ ਸਟੈਂਡ ਕਰਦਾ ਹੈ। ਔਰ ਸਾਰੀਆਂ ਪੈਨਸ਼ਨ ਜਥੇਬੰਦੀਆਂ ਉਹਦੇ 'ਚ ਹਾਜ਼ਰ ਹੋਣਗੀਆਂ। ਔਰ ਇੱਕ ਪੁਆਇੰਟ ਇਹਦੇ 'ਚ ਜੋ ਤੁਸੀਂ 3.01 ਵਾਲਾ ਇੱਕ ਪੁਆਇੰਟ ਛੋਟਾ ਜਿਹਾ ਆਇਆ ਸੀ, ਉਹਦੇ ਬਾਰੇ ਮੈਂ ਤੁਹਾਨੂੰ ਸਪਸ਼ਟੀਕਰਨ ਦੇ ਦਾਂ। ਚੌਥੇ ਔਰ ਪੰਜਵੇਂ ਪੇ ਕਮਿਸ਼ਨ ਦੇ ਵਿੱਚ ਉਹਨਾਂ ਨੇ 5 ਜੀਆਂ ਦੀ ਬਜਾਏ 4 ਜੀਆਂ ਦਾ ਇੱਕ ਟੱਬਰ ਬਣਾ ਕੇ ਉਹਦੇ ਖਰਚੇ ਸੰਬਲਿਤ ਕੀਤੇ ਸੀ, ਜਿਹਦੇ 'ਚ ਖਾਣੇ ਦਾ ਸਾਰਾ ਸਿਸਟਮ, ਦਾਲਾਂ, ਰੋਟੀ, ਆਟਾ, ਸਬਜ਼ੀਆਂ, ਗੈਸ ਐਰਾ ਵਗੈਰਾ ਜੋੜ ਕੇ ਉਹਨਾਂ ਨੇ ਉਸ ਵੇਲੇ ਉਹ ਫੈਕਟਰ ਬਣਾਇਆ ਸੀ 2.26 ਪਿਛਲੇ ਪੇ ਕਮਿਸ਼ਨ। ਜੇ ਅੱਜ ਉਹਦੇ 'ਚ ਅਸੀਂ ਵਾਧਾ ਜੋੜ ਲਈਏ, ਜਿਹੜਾ ਕਿ ਸਾਨੂੰ 1/7/18 ਤੱਕ 148% ਮਿਲਦਾ ਰਿਹਾ, ਅੱਜ ਉਹ ਵਾਧੇ ਨੂੰ ਜੇ ਅਸੀਂ ਆਪਣੇ ਅੱਜ ਦੇ ਫਾਰਮੂਲੇ 'ਚ ਐਡ ਕਰ ਲਈਏ ਤਾਂ 172% ਸਾਡਾ ਡੀਏ ਬਣਦਾ, ਜਿਹੜਾ 24% ਡੀਏ ਸਰਕਾਰ ਖਾਈ ਬੈਠੀ ਹੈ। ਉਹ ਸਾਨੂੰ ਦੇਣ ਦੀ ਬਜਾਏ ਉਲਟਾ ਉਹ ਸਾਡੇ ਤੇ ਅਹਿਸਾਨ ਕਰ ਰਹੇ ਨੇ ਕਿ ਅਸੀਂ ਤੁਹਾਨੂੰ ਬੜੇ ਗੱਫੇ ਦੇਤੇ। ਕੋਈ ਗੱਫੇ ਨਹੀਂ ਦਿੱਤੇ ਹੈ। ਬਿਲਕੁਲ ਪੈਨਸ਼ਨ ਔਰ ਮੁਲਾਜ਼ਮ ਸਾਰਾ ਨਿਰਾਸ਼ ਹੈ ਇਸ ਕੋਲ ਤੋਂ। ਜਿੱਥੋਂ ਤੱਕ 3.01 ਦੀ ਗੱਲ ਹੈ, ਇਹਦਾ ਆਧਾਰ ਮਹਿੰਗਾਈ ਨਾਲ ਜੋੜ ਕੇ ਬਣਾਇਆ ਗਿਆ। 4 ਬੰਦਿਆਂ ਦੇ ਟੱਬਰ ਨੂੰ ਲੈ ਕੇ ਜਦੋਂ ਤਾਜ਼ਾ ਮਹਿੰਗਾਈ ਜੋੜੀ ਗਈ ਤਾਂ 3.01 ਤੇ ਜਾ ਕੇ ਖੜਦੀ ਹੈ। ਪਰ ਅਸੀਂ ਫਿਰ ਵੀ ਕਹਿੰਦੇ ਆ, ਜੇ ਸਰਕਾਰ 3.01 ਦੇਣ 'ਚ ਚਲੋ ਕਹਿੰਦੀ ਹੈ ਸਾਡੀ ਅਰਥ ਵਿਵਸਥਾ ਦਾ ਬੁਰਾ ਹਾਲ ਹੈ, ਕੋਈ ਗੱਲ ਨਹੀਂ, ਅਸੀਂ ਸਰਕਾਰ ਨਾਲ ਸਹਿਯੋਗ ਕਰਨ ਨੂੰ ਤਿਆਰ ਹਾਂ। ਸਾਨੂੰ ਪੈਨਸ਼ਨਰਾਂ ਨੂੰ ਜਲੀਲ ਨਾ ਕਰੇ। ਅਸੀਂ ਆਪਣੀ 2.72 ਸਾਨੂੰ ਜਿਹੜਾ ਹੈ ਗੁਨਾਹ ਨਾਲ ਸਾਡੀ ਪੈਨਸ਼ਨ ਕਨਵਰਟ ਕਰਨ ਨਵੀਂ 1/1/16 ਤੋਂ, ਤਾਂ ਸਰਕਾਰ ਦੇ ਧੰਨਵਾਦੀ ਹੋਵਾਂਗੇ। ਔਰ ਫਿਕਸਡ ਮੈਡੀਕਲ ਲੋਨਸ ਜਿਹੜਾ ਸਰਕਾਰ ਨੇ ਬਿਲਕੁਲ ਹੀ ਲਾਂਭੇ ਕਰਤਾ, ਇਹ ਸਰਕਾਰ ਦੀ ਬਹੁਤ ਬੜੀ ਗਲਤੀ ਹੈ। ਜਦੋਂ ਕਿ ਪੇ ਕਮਿਸ਼ਨ ਨੇ 1000 ਰੁਪਏ ਰਿਕਮੈਂਡ ਕੀਤਾ, ਨਾਲ ਦੀਆਂ ਸਟੇਟਾਂ 'ਚ ਪੇ ਜਿਹੜਾ ਹੈ ਅਲਾਉਂਸ ਵੱਧ ਮਿਲ ਰਿਹਾ ਹੈ, ਪਰ ਫਿਰ ਵੀ ਸਰਕਾਰ ਨੂੰ ਇਹ ਸਮਝ ਨਹੀਂ ਆਈ ਕਿ ਇਹ ਬਜ਼ੁਰਗ ਪੈਨਸ਼ਨ ਜਿਨ੍ਹਾਂ ਨੂੰ ਇਲਾਜ ਦੀ ਜ਼ਿਆਦਾ ਲੋੜ ਹੁੰਦੀ ਹੈ, ਇਹ ਮੈਡੀਕਲ ਬਾਰੇ ਇਹਨਾਂ ਨੇ ਉਲਟਾ ਉਹਨੂੰ ਕਾਟ ਲਾਤੀ। ਇਹ ਬਿਲਕੁਲ ਗਲਤ ਹੈ। ਤੇ ਹੋਰ ਤੁਸੀਂ ਕੋਈ ਪ੍ਰਸ਼ਨ ਕਰਨਾ ਤਾਂ ਮੈਨੂੰ ਦੱਸੋ। ਜੀ ਬਸ ਇਹ ਭਰੇਖਾ ਸੀ ਬੜਾ ਇੱਕ ਮੁਲਾਜ਼ਮਾਂ ਦੇ ਵਿੱਚ ਪੈਨਸ਼ਨ ਦਾ ਸਪਸ਼ਟ ਕਰਤਾ, ਤੇ ਤੁਰਤਾ ਟਾਈਮ ਤੁਹਾਡਾ ਬਹੁਤ ਧੰਨਵਾਦ ਕਰਦਾ। ਓਕੇ ਜੀ।